ਦੁਨੀਆ ਭਰ ਵਿੱਚ ਬੈਠੇ ਸਮੂਹ ਪੰਜਾਬੀਆਂ ਨੂੰ ਮੇਜਰ ਮੰਗਟ ਵੱਲੋਂ ਅਦਬ ਸਤਿਕਾਰ ਨਾਲ ਸਤਿ ਸ੍ਰੀ ਅਕਾਲ। ਤੇ ਅੱਜ ਇੱਕ ਵਾਰੀ ਫੇਰ ਤੁਹਾਡਾ ਸਮੇਲ ਪੋਡਕਾਸਟ ਚੈਨਲ ਦੇ ਵਿੱਚ ਨਿੱਘਾ ਸਵਾਗਤ ਹੈ। ਸੋ ਉਮੀਦ ਕਰਦਾ ਹਾਂ ਕਿ ਤੁਹਾਨੂੰ ਇਹ ਜਿਹੜੇ ਐਪੀਸੋਡ ਬਣਾ ਕੇ ਅਸੀਂ ਤੁਹਾਡੇ ਤੱਕ ਪਹੁੰਚਾ ਰਹੇ ਹਾਂ ਤੇ ਤੁਹਾਨੂੰ ਪਸੰਦ ਆ ਰਹੇ ਹੋਣਗੇ। ਸੋ ਅੱਜ ਦੇ ਇਸ ਪ੍ਰੋਗਰਾਮ ਵਿੱਚ ਆਪਾਂ ਵੱਖੋ ਵੱਖਰੇ ਵਿਸ਼ਿਆਂ 'ਤੇ ਗੱਲਬਾਤ ਲੈ ਕੇ ਹਾਜ਼ਰ ਹੋਏ ਹਾਂ। ਸੋ ਦੋਸਤੋ, ਇਹ ਗੱਲ ਦੱਸਦਿਆਂ ਮੈਨੂੰ ਖੁਸ਼ੀ ਹੋ ਰਹੀ ਹੈ ਕਿ ਤੁਸੀਂ ਵੱਖੋ ਵੱਖਰੇ ਵਿਸ਼ਿਆਂ ਨੂੰ ਇਸ ਚੈਨਲ 'ਤੇ ਪਸੰਦ ਕਰਦੇ ਹੋ। ਅਸੀਂ ਪ੍ਰੋਗਰਾਮ ਦੇ ਸ਼ੁਰੂ ਵਿੱਚ ਗੱਲ ਕੀਤੀ ਸੀ ਕਿ ਅਸੀਂ ਤੁਹਾਡੇ ਨਾਲ ਵਿਗਿਆਨ ਸੰਬੰਧੀ ਗੱਲਬਾਤ ਵੀ ਕਰਿਆ ਕਰਾਂਗੇ। ਸੋ ਦੋਸਤੋ, ਜਿਹੜਾ ਫਰਵਰੀ ਦਾ ਮਹੀਨਾ ਹੈ ਇਹ ਸਾਡੇ ਵਿਗਿਆਨੀਆਂ ਨੂੰ ਸਮਰਪਿਤ ਹੈ। ਅਸੀਂ ਅੱਜ 3 ਵਿਗਿਆਨੀਆਂ ਦਾ ਤੁਹਾਡੇ ਨਾਲ ਜ਼ਿਕਰ ਕਰਾਂਗੇ। ਸੋ ਸਥਾਪਤੀ ਨੂੰ ਵੰਗਾਰਨਾ ਦੋਸਤੋ ਇੱਕ ਬਹੁਤ ਵੱਡਾ ਚੈਲੰਜ ਹੁੰਦਾ ਹੈ। ਹਰ ਕੋਈ ਸਥਾਪਤੀ ਨੂੰ ਨਹੀਂ ਵੰਗਾਰ ਸਕਦਾ। ਸੋ ਫਰਵਰੀ ਮਹੀਨੇ ਦੇ ਵਿੱਚ ਮੈਂ ਤੁਹਾਡੇ ਨਾਲ ਸਭ ਤੋਂ ਜਿਹੜੀ ਪਹਿਲੀ ਗੱਲ ਕਰਾਂਗਾ ਉਹ ਕਰਾਂਗਾ ਨਿਕੋਲਸ ਕਾਪਰਨੀਕਸ ਦੀ। ਸੋ ਕਾਪਰਨੀਕਸ 19 ਫਰਵਰੀ 1473 ਨੂੰ ਪੋਲੈਂਡ ਦੇ ਕਸਬਾ ਥਾਰਨ ਦੇ ਵਿੱਚ ਪੈਦਾ ਹੋਇਆ। ਸੋ ਦੋਸਤੋ, ਇਹ ਅਜਿਹਾ ਵਿਗਿਆਨੀ ਸੀ ਜਿਹਨੇ ਬਾਈਬਲ ਦੇ ਉਲਟ ਜਾ ਕੇ ਤੇ ਦੁਨੀਆ ਨੂੰ ਇਹ ਦੱਸਿਆ ਕਿ ਧਰਤੀ ਹੈ ਜਿਹੜੀ ਉਹ ਸੂਰਜ ਦੁਆਲੇ ਘੁੰਮਦੀ ਹੈ। ਲੇਕਿਨ ਜੋ ਸਥਾਪਤੀ ਹੈ ਉਸਨੂੰ ਇਹ ਗੱਲ ਹਜ਼ਮ ਨਹੀਂ ਆਈ ਤਾਂ ਉਹਨਾਂ ਨੇ ਇਸ ਗੱਲ ਦਾ ਵਿਰੋਧ ਕੀਤਾ ਤੇ ਇਸ ਨੂੰ ਕਿਹਾ ਕਿ ਆਪਣੀ ਜ਼ੁਬਾਨ ਬੰਦ ਰੱਖੇ, ਤੂੰ ਇਸ ਤਰ੍ਹਾਂ ਨਾ ਕਹੇ ਕਿਉਂਕਿ ਇਹ ਸੰਭਵ ਨਹੀਂ ਹੈ, ਇਸ ਤਰ੍ਹਾਂ ਹੋ ਨਹੀਂ ਸਕਦਾ। ਸੋ ਦੋਸਤੋ, ਫਰਵਰੀ ਦੇ ਮਹੀਨੇ ਦੇ ਵਿੱਚ ਅਸੀਂ ਜਿੱਥੇ ਕਾਪਰਨੀਕਸ ਨੂੰ ਯਾਦ ਕਰਦੇ ਹਾਂ ਉਸ ਦੇ ਨਾਲ ਹੀ ਉਹਨਾਂ ਦਾ ਫਾਲੋਅਰ, ਉਹਨਾਂ ਦੀ ਵਿਚਾਰਧਾਰਾ ਨੂੰ ਅੱਗੇ ਲੈ ਕੇ ਜਾਣ ਵਾਲਾ ਤੇ ਉਸ 'ਤੇ ਡਟ ਕੇ ਪਹਿਰਾ ਦੇਣ ਵਾਲਾ ਤੋਂ ਇਟਲੀ ਦੇ ਸ਼ਹਿਰ ਨੋਲਾ ਦੇ ਵਿੱਚ ਜਨਮਿਆ ਗੁਰਦਾਨੋ ਬਰੂਨੋ ਇਸ ਦਾ ਨਾਂ ਸੀ। ਸੋ ਬਰੂਨੋ ਜੋ ਸੀ ਉਸਨੇ ਇਹਨਾਂ ਵਿਚਾਰਾਂ ਨੂੰ ਫੇਰ ਅੱਗੇ ਤੋਰਿਆ ਤੇ ਉਹਦੀਆਂ ਜਿਹੜੀਆਂ ਲਿਖਤਾਂ ਸੀ ਕਾਪਰਨੀਕਸ ਦੀਆਂ ਉਹਨਾਂ ਨੂੰ ਛਪਵਾਇਆ ਤੇ ਲੋਕਾਂ ਤੱਕ ਲੈ ਕੇ ਗਿਆ। ਲੇਕਿਨ ਉਦੋਂ ਤੱਕ ਜਿਹੜਾ ਚਰਚ ਦਾ ਗੁੱਸਾ ਸੀ ਉਹ ਸਿਖਰ 'ਤੇ ਜਾ ਪਹੁੰਚਿਆ ਤਾਂ ਉਸਨੇ ਕਿਹਾ ਕਿ ਆਪਣੀ ਜ਼ੁਬਾਨ ਬੰਦ ਕਰੇ ਤਾਂ ਇਸ ਤਰ੍ਹਾਂ ਲੋਕਾਂ ਨੂੰ ਨਾ ਭੜਕਾਵੇ ਤੇ ਲੋਕਾਂ ਦੇ ਵਿੱਚ ਗਲਤ ਫਹਿਮੀਆਂ ਨਾ ਪੈਦਾ ਕਰੇ। ਸੋ ਦੋਸਤੋ, ਗੁਰਦਾਨੋ ਬਰੂਨੋ 17 ਫਰਵਰੀ 1600 ਦੇ ਵਿੱਚ ਇਟਲੀ ਦੇ ਸ਼ਹਿਰ ਰੋਮ ਦੇ ਵਿੱਚ ਇਸ ਨੂੰ ਜਿਉਂਦਿਆਂ ਹੀ ਜਲਾ ਦਿੱਤਾ ਗਿਆ। ਸੋ ਦੋਸਤੋ, ਫਰਵਰੀ ਦਾ ਮਹੀਨਾ ਸਾਡੇ ਇਸ ਵਿਗਿਆਨੀ ਨੂੰ ਵੀ ਸਮਰਪਿਤ ਹੈ ਤੇ ਇਸ ਨੂੰ ਵਿਗਿਆਨ, ਜਿਵੇਂ ਆਪਾਂ ਕਹਿ ਦਿੰਦੇ ਹਾਂ ਕਿ ਜਿਹੜਾ ਬੰਦਾ ਕਿਸੇ ਚੀਜ਼ ਲਈ ਕੁਰਬਾਨੀ ਕਰਦਾ ਉਹ ਸ਼ਹੀਦ ਹੈ। ਸੋ ਇਹ ਦੁਨੀਆ ਨੂੰ ਬਦਲਣ ਵਾਲੇ ਲੋਕ ਦੋਸਤੋ ਇਹ ਸਭ ਤੋਂ ਵੱਡੇ ਸ਼ਹੀਦ ਨੇ ਤੇ ਸਭ ਤੋਂ ਵੱਡੇ ਇਹ ਕਹਿ ਲਓ ਕਿ ਲੋਕਾਂ ਨੂੰ ਨਵਾਂ ਰਾਹ ਵਿਖਾਉਣ ਵਾਲੇ ਇੱਕ ਇਸ ਤਰ੍ਹਾਂ ਦੇ ਰਾਹ ਦਸੇਰੇ ਹਨ। ਸੋ ਜਿਨ੍ਹਾਂ ਨੂੰ ਜੇ ਮੈਂ ਕਹਾਂ ਕਿ ਬਹੁਤ ਧੁਰ ਅੰਦਰੋਂ ਤੱਕ ਮੰਨਿਆ ਜਾ ਸਕਦਾ ਹੈ। ਸੋ ਗੁਰਦਾਨੋ ਬਰੂਨੋ ਉਹਨਾਂ ਦੇ ਵਿੱਚ ਇੱਕ ਸੀ ਸੋ ਜਿਨ੍ਹਾਂ ਨੇ ਕੁਰਬਾਨੀ ਦਿੱਤੀ ਤੇ ਦੁਨੀਆ ਨੂੰ ਅੱਗੇ ਤੋਰਨ ਲਈ ਤੇ ਅੱਜ ਸਾਰੀ ਦੁਨੀਆ ਇਸ ਗੱਲ 'ਤੇ ਸਹਿਮਤ ਹੈ ਕਿ ਧਰਤੀ ਹੈ ਜਿਹੜੀ ਉਹ ਸੂਰਜ ਦੁਆਲੇ ਘੁੰਮਦੀ ਹੈ। ਸੋ ਦੋਸਤੋ, ਤੀਸਰਾ ਵਿਗਿਆਨੀ ਜੋ ਫਰਵਰੀ ਦੇ ਮਹੀਨੇ ਵਿੱਚ ਜਿਸ ਨੂੰ ਅਸੀਂ ਯਾਦ ਕਰਦੇ ਹਾਂ ਤਾਂ ਉਸ ਦਾ ਨਾਂ ਹੈ ਗੈਲੀਲੀਓ ਗੈਲੀਲੀ। ਸੋ ਜਦੋਂ ਦੂਰਬੀਨ ਦੀ ਗੱਲ ਆਉਂਦੀ ਹੈ, ਜਦੋਂ ਪੁਲਾੜ ਨੂੰ ਵੇਖਣ ਦੀ ਗੱਲ ਆਉਂਦੀ ਹੈ ਤਾਂ ਪਹਿਲਾਂ ਤਾਂ ਮਨੁੱਖ ਨੰਗੀ ਅੱਖ ਨਾਲ ਹੀ ਵੇਖਦਾ ਸੀ ਨਾ, ਉਸਨੂੰ ਕੁਛ ਕੁ ਤਾਰੇ ਨਜ਼ਰ ਆਉਂਦੇ ਸੀ ਤੇ ਕੁਛ ਕੁ ਨਹੀਂ ਆਉਂਦੇ ਸੀ। ਲੇਕਿਨ ਗੈਲੀਲੀਓ ਨੇ ਇੱਕ ਇਸ ਤਰ੍ਹਾਂ ਦੀ ਜਿਹੜੀ ਦੂਰਬੀਨ ਹੈ ਉਸ ਦਾ ਇਸਤੇਮਾਲ ਕੀਤਾ। ਇਸ ਤਰ੍ਹਾਂ ਦੀ ਦੂਰਬੀਨ ਨਾਲ ਜਿਹੜਾ ਬ੍ਰਹਿਮੰਡ ਨੂੰ ਵਾਚਿਆ ਤੇ ਤਾਰਿਆਂ ਦੀ ਜਿਹੜੀ ਸ਼ਕਲ, ਤਾਰਿਆਂ ਦਾ ਜਿਹੜੀ ਚਾਲ, ਤਾਰਿਆਂ ਦੇ ਜਿਹੜੇ ਗ੍ਰਹਿ ਨੇ ਉਹਨਾਂ ਬਾਰੇ ਜਾਣਕਾਰੀ ਸੋ ਗੈਲੀਲੀਓ ਲੈ ਕੇ ਹਾਜ਼ਰ ਹੋਇਆ। ਸੋ 15 ਫਰਵਰੀ 1564 ਨੂੰ ਇਹ ਇਟਲੀ ਦੇ ਸ਼ਹਿਰ ਪੀਸਾ ਦੇ ਵਿੱਚ ਜਨਮਿਆ ਤੇ ਇਸ ਨੇ ਜਿਹੜਾ ਦੁਨੀਆ ਦਾ ਜਿਹੜਾ ਇਤਿਹਾਸ ਸੀ ਵਿਗਿਆਨ ਦਾ, ਖਾਸ ਕਰਕੇ ਮੈਂ ਕਹਾਂਗਾ, ਉਹ ਬਦਲ ਕੇ ਰੱਖ ਦਿੱਤਾ ਤੇ ਵਿਗਿਆਨ ਦੇ ਵਿੱਚ ਇੱਕ ਇਸ ਤਰ੍ਹਾਂ ਦਾ ਇਨਕਲਾਬ ਆ ਗਿਆ। ਸੋ ਜਿੱਥੇ ਅਸੀਂ ਅੱਜ ਪਹੁੰਚ ਚੁੱਕੇ ਹਾਂ ਤਾਂ ਹੱਬਲ ਸਪੇਸ ਵਰਗੀਆਂ ਟੈਲੀਸਕੋਪ ਅੱਜ ਜਿੱਥੇ ਅਸਮਾਨ ਨੂੰ ਵਾਚ ਰਹੀਆਂ ਨੇ, ਹਰ ਚੀਜ਼ਾਂ ਨੂੰ ਵਾਚ ਰਹੀਆਂ ਤੇ ਇਹਦੀ ਜਿਹੜੀ ਸ਼ੁਰੂਆਤ ਕਰਨ ਵਾਲਾ ਉਹ ਸੀ ਗੈਲੀਲੀਓ। ਸੋ ਇਹਨਾਂ ਤਿੰਨਾਂ ਜਿਹੜੇ ਸਾਇੰਸਦਾਨ ਨੇ ਇਹਨਾਂ ਨੂੰ ਫਰਵਰੀ ਦਾ ਮਹੀਨਾ ਸਮਰਪਿਤ ਹੈ ਤੇ ਸਾਡੇ ਪ੍ਰੋਗਰਾਮ ਸਮੇਲ ਵੱਲੋਂ, ਇਸ ਪੋਡਕਾਸਟ ਵੱਲੋਂ ਇਹਨਾਂ ਤਿੰਨਾਂ ਵਿਗਿਆਨੀਆਂ ਦਾ ਜਿਹੜਾ ਕੰਮ ਹੈ ਉਸ ਨੂੰ ਜਿਹੜਾ ਸਿਰ ਝੁਕਾਇਆ ਜਾਂਦਾ ਹੈ। ਸੋ ਦੋਸਤੋ, ਸਾਇੰਸ ਦੀਆਂ ਮੈਂ ਕੁਝ ਕਿਤਾਬਾਂ ਵੀ ਦਿਖਾਵਾਂਗਾ ਤੁਹਾਨੂੰ ਕਿ ਜਦੋਂ ਆਪਾਂ ਵਿਗਿਆਨ ਦੀ ਗੱਲ ਕਰਦੇ ਹਾਂ ਤਾਂ ਸਾਨੂੰ ਪੰਜਾਬੀ ਦੇ ਵਿੱਚ ਬਹੁਤ ਘੱਟ ਇਸ ਤਰ੍ਹਾਂ ਦੀਆਂ ਪੁਸਤਕਾਂ ਮਿਲਦੀਆਂ ਨੇ ਕਿਉਂਕਿ ਸਾਡੇ ਬਹੁਤ ਘੱਟ ਲੇਖਕ ਨੇ। ਸੋ ਅੱਜ ਜਦੋਂ ਮੈਂ ਪੰਜਾਬੀ ਦੇ ਵਿੱਚ ਵਿਗਿਆਨ ਦੇ ਲੇਖਾਂ ਦੀ ਗੱਲ ਕਰਦਾ ਹਾਂ ਤਾਂ ਮੈਨੂੰ ਕੁਲਦੀਪ ਸਿੰਘ ਧੀਰ ਦੀ ਯਾਦ ਆ ਰਹੀ ਹੈ। ਸੋ ਜੋ ਕਿ ਪਿਛਲੇ ਸਾਲ ਸਾਡੇ ਤੋਂ ਵਿਛੜ ਗਏ ਸਨ। ਸੋ ਕੁਲਦੀਪ ਸਿੰਘ ਧੀਰ ਨੇ, ਡਾਕਟਰ ਕੁਲਦੀਪ ਸਿੰਘ ਧੀਰ ਨੇ ਤਾਂ ਵਿਗਿਆਨ ਬਾਰੇ ਕਾਫੀ ਲਿਖਿਆ। ਉਹਨਾਂ ਦੇ ਲੇਖ ਅਕਸਰ ਪ੍ਰਕਾਸ਼ਿਤ ਹੁੰਦੇ ਸੀ, ਉਹਨਾਂ ਦੀਆਂ ਪੁਸਤਕਾਂ ਵੀ ਪ੍ਰਕਾਸ਼ਿਤ ਹੁੰਦੀਆਂ ਸੀ ਤੇ ਮੈਨੂੰ ਵੀ ਅਜੀਤ ਅਖਬਾਰ ਦੇ ਵਿੱਚ ਉਹਨਾਂ ਦੇ ਨਾਲ ਛਪਣ ਦਾ ਮੌਕਾ ਮਿਲਿਆ।
ਸੋ ਦੋਸਤੋ ਆਹ ਕੁਝ ਕਿਤਾਬਾਂ ਨੇ ਤੇ ਮੈਂ ਜਿਹੜੀਆਂ ਤੁਹਾਨੂੰ ਦਿਖਾ ਰਿਹਾ ਤਾਂ ਆਹ ਜਿਹੜੀ ਹੈ ਕੈਪਲਰ ਦੀ ਕਿਤਾਬ ਹੈ ਜਿਸ ਨੇ ਤਾਰਿਆਂ ਬਾਰੇ ਸਿਧਾਂਤ ਦਿੱਤੇ। ਸੋ ਇਸ ਨੂੰ ਪੜ੍ਹਨਾ ਬਹੁਤ ਜ਼ਰੂਰੀ ਹੈ। ਤੋ ਇਸੇ ਪ੍ਰਕਾਰ ਮੈਂ ਤੁਹਾਨੂੰ ਦੋ ਕਿਤਾਬਾਂ ਹੋਰ ਦਿਖਾ ਰਿਹਾ ਹਾਂ। ਸੋ ਆਹ ਕਿਤਾਬ ਹੈ ਤੋ ਜੋ ਗਲੈਕਸੀਆਂ ਅਤੇ ਪਲੈਨਟਸ ਬਾਰੇ ਜਾਣਕਾਰੀ ਦਿੰਦੀ ਹੈ ਤੇ ਇਹ ਵੀ ਤੁਹਾਨੂੰ ਜ਼ਰੂਰ ਪੜ੍ਹਨੀ ਚਾਹੀਦੀ ਹੈ। ਤੇ ਜਾਂ ਤੁਸੀਂ ਕਮੈਂਟ ਬਾਕਸ ਦੇ ਵਿੱਚ ਇਸ ਦੀ ਜਾਣਕਾਰੀ ਲਿਖ ਕੇ ਮੇਰੇ ਤੋਂ ਲੈ ਸਕਦੇ ਹੋ। ਸੋ ਇਸੇ ਪ੍ਰਕਾਰ ਜਿਹੜਾ ਤਾਰਿਆਂ ਬਾਰੇ ਹੈ ਇੱਕ ਕਿਤਾਬ ਹੋਰ ਮੇਰੇ ਕੋਲ ਹੈ, ਸਟਾਰਸ ਐਂਡ ਪਲੈਨਟਸ। ਸੋ ਇਹ ਕਿਤਾਬ ਹੈ ਜਿਹੜੀ ਇਹ ਵੀ ਤੁਸੀਂ ਜ਼ਰੂਰ ਪੜ੍ਹੋ। ਸੋ ਇਹਨਾਂ ਸਾਰਿਆਂ ਦੀ ਤੁਸੀਂ ਜਦੋਂ ਮੈਨੂੰ ਮੈਸੇਜ ਬਾਕਸ ਦੇ ਵਿੱਚ ਸੁਨੇਹਾ ਭੇਜੋਗੇ ਤਾਂ ਮੈਂ ਤੁਹਾਨੂੰ ਇਹਨਾਂ ਕਿਤਾਬਾਂ ਦੀ ਜਾਣਕਾਰੀ ਦੇ ਦਿਆਂਗਾ। ਸੋ ਦੋਸਤੋ ਪੰਜਾਬੀ ਦੇ ਵਿੱਚ ਮੈਂ ਵੀ ਗੱਲ ਕਰਨੀ ਚਾਹੁੰਦਾ ਕਿ ਸਾਡੇ ਪੰਜਾਬੀ ਦੇ ਵਿੱਚ ਨਾ ਤਾਂ ਜੇ ਸਾਇੰਸ ਫਿਕਸ਼ਨ ਲਿਖਣ ਦਾ ਰਿਵਾਜ ਪਿਆ ਹੈ, ਕੋਈ ਵੀ ਤੁਹਾਨੂੰ ਨਾਵਲ ਇਸ ਤਰ੍ਹਾਂ ਦਾ ਨਹੀਂ ਮਿਲੇਗਾ ਜਿਸ ਵਿੱਚ ਸਾਇੰਸ ਫਿਕਸ਼ਨ ਹੋਵੇ, ਅਤੇ ਨਾ ਹੀ ਸਾਨੂੰ ਵਿਗਿਆਨ ਬਾਰੇ ਐਡੇ ਸਾਡੇ ਕੋਲ ਲੇਖਕ ਨੇ ਜਿਹੜੇ ਪੰਜਾਬੀ ਦੇ ਵਿੱਚ ਲਿਖ ਸਕਣ, ਸਾਨੂੰ ਬ੍ਰਹਿਮੰਡ ਦੀ ਜਾਣਕਾਰੀ ਦੇ ਸਕਣ। ਸੋ ਮੇਰਾ ਇੱਥੇ ਗੱਲ ਕਰਨ ਦਾ ਮਕਸਦ ਇਹੀ ਹੈ ਕਿ ਜਿੱਥੇ ਅਸੀਂ ਇਹਨਾਂ ਵਿਗਿਆਨੀਆਂ ਨੂੰ ਯਾਦ ਕਰੀਏ ਅਤੇ ਅਸੀਂ ਪੰਜਾਬੀ ਦੇ ਵਿੱਚ ਵੀ ਇਸ ਤਰ੍ਹਾਂ ਦੇ ਲੇਖਕ ਪੈਦਾ ਕਰੀਏ, ਇਸ ਤਰ੍ਹਾਂ ਦਾ ਸਾਹਿਤ ਪੈਦਾ ਕਰੀਏ ਜੋ ਸਾਨੂੰ ਭਰਮ ਭੁਲੇਖਿਆਂ 'ਚੋਂ ਕੱਢ ਕੇ ਵਿਗਿਆਨ ਨਾਲ, ਸਾਇੰਸ ਨਾਲ ਤੇ ਜੋੜ ਸਕੇ ਅਤੇ ਅਸੀਂ ਸਾਡਾ ਜਿਹੜਾ ਸਾਹਿਤ ਹੈ, ਸਾਡੀਆਂ ਜਿਹੜੀਆਂ ਲਿਖਤਾਂ ਨੇ ਉਹ ਦੂਸਰੀਆਂ ਭਾਸ਼ਾਵਾਂ ਦੇ ਹਾਣ ਦੀਆਂ ਹੋ ਜਾਣ ਅਤੇ ਸਾਨੂੰ ਇਹਨਾਂ ਚੀਜ਼ਾਂ ਦੀ ਜਾਣਕਾਰੀ ਲਈ ਦੂਸਰੀਆਂ ਭਾਸ਼ਾਵਾਂ ਦੀਆਂ ਕਿਤਾਬਾਂ ਵੱਲ ਨਾ ਜਾਣਾ ਪਵੇ। ਸੋ ਦੋਸਤੋ ਆਪਾਂ ਗੱਲ ਨੂੰ ਅੱਗੇ ਤੋਰਦੇ ਹੋਏ ਦੱਸਦੇ ਹਾਂ ਕਿ ਸਾਡੇ ਕੋਲ ਕੁਛ ਮੈਗਜ਼ੀਨ ਆਏ ਨੇ ਤੋ ਜਿਨ੍ਹਾਂ ਦੀ ਜਾਣਕਾਰੀ ਮੈਂ ਦੇਣੀ ਜ਼ਰੂਰੀ ਸਮਝਦਾ ਹਾਂ। ਤੋ ਇੱਕ ਮੈਗਜ਼ੀਨ ਜਿਹੜਾ ਹੈ ਪੰਜਾਬੀਆਂ ਦੇ ਵਿੱਚ ਕਾਫੀ ਹਰਮਨ ਪਿਆਰਾ ਹੈ, ਸੋ ਉਹ ਹੈ ਸਿਰਜਣਾ। ਸਿਰਜਣਾ ਪਰਚਾ ਲੰਬੇ ਅਰਸੇ ਤੋਂ ਨਿਕਲ ਰਿਹਾ ਹੈ ਅਤੇ ਮੈਂ ਜਦੋਂ ਦਾ ਸਾਹਿਤ ਵਿੱਚ ਪ੍ਰਵੇਸ਼ ਕੀਤਾ ਹੈ, ਜਦ ਮੈਂ ਲਿਖਣਾ ਸ਼ੁਰੂ ਕੀਤਾ ਹੈ, ਸਿਰਜਣਾ ਪਰਚਾ ਉਦੋਂ ਵੀ ਨਿਕਲ ਰਿਹਾ ਸੀ। ਸੋ ਸਿਰਜਣਾ ਪਰਚਾ ਅੱਜ ਵੀ ਨਿਕਲ ਰਿਹਾ ਹੈ। ਸੋ ਇਸ ਨੂੰ ਡਾਕਟਰ ਰਘੁਬੀਰ ਸਿੰਘ ਕੱਢਦੇ ਨੇ ਅਤੇ ਬੜਾ ਚੰਗਾ ਪਰਚਾ ਹੈ, ਬੜਾ ਮਿਆਰੀ ਪਰਚਾ ਹੈ। ਤੋ ਸਿਰਜਣਾ ਵਿੱਚ ਛਪਣਾ ਹਰ ਲੇਖਕ ਲਈ ਮਾਣ ਵਾਲੀ ਗੱਲ ਹੁੰਦੀ ਹੈ। ਸੋ ਜਨਵਰੀ ਅਤੇ ਅਪ੍ਰੈਲ ਦਾ ਅੰਕ, ਜਨਵਰੀ ਇਹ ਤ੍ਰੈਮਾਸਿਕ ਹੈ, ਤੋ ਸਾਡੇ ਤੱਕ ਆ ਚੁੱਕਿਆ ਹੈ। ਇਸ ਵਿੱਚ ਮੇਰੀ ਕਹਾਣੀ ਵੀ ਹੈ, ਹੋਰ ਕਹਾਣੀਆਂ ਵੀ ਹਨ। ਸੋ ਤੁਸੀਂ ਇਸ ਪਰਚੇ ਨੂੰ ਜ਼ਰੂਰ ਪੜ੍ਹੋ ਅਤੇ ਇਸ ਦੀ ਕੋਈ ਹੋਰ ਜਾਣਕਾਰੀ ਚਾਹੀਦੀ ਹੋਵੇ ਤੁਸੀਂ ਮੇਰੇ ਤੋਂ ਲੈ ਸਕਦੇ ਹੋ। ਤੋ ਇਹ ਪਰਚਾ ਤੁਸੀਂ ਆਪਣੇ ਘਰਾਂ ਦੇ ਵਿੱਚ ਲਵਾਓ ਅਤੇ ਤਾਂ ਕਿ ਤੁਸੀਂ ਇਸ ਨੂੰ ਪੜ੍ਹ ਸਕੋ। ਸੋ ਇਸੇ ਤਰ੍ਹਾਂ ਦੋਸਤੋ ਇੱਕ ਹੋਰ ਪਰਚਾ ਹੈ ਜੋ ਮਿਨੀ ਪਰਚਾ ਹੈ, ਤੋ ਇਸ ਨੂੰ ਸੁਰਿੰਦਰ ਕੈਲੇ ਜੀ ਕਰਦੇ ਹਨ ਅਤੇ ਇਹ ਜਿਹੜਾ ਇਸ ਦਾ ਨਾਂ ਹੈ ਅਣੂ, ਅਤੇ ਇਹ ਪਿਛਲੇ 50 ਸਾਲ ਤੋਂ ਨਿਕਲ ਰਿਹਾ ਹੈ। ਇਹਦੇ ਵਿੱਚ ਮਿੰਨੀ ਕਹਾਣੀਆਂ ਛਪਦੀਆਂ ਨੇ। ਸੋ ਇਹ ਪਰਚਾ ਆਪਣੀ ਗੋਲਡਨ ਜੁਬਲੀ ਮਨਾ ਰਿਹਾ ਹੈ। ਸੋ ਸਾਡੇ ਵੱਲੋਂ ਅਦਾਰਾ ਸਮੇਲ ਵੱਲੋਂ ਅਸੀਂ ਸੁਰਿੰਦਰ ਕੈਲੇ ਜੀ ਨੂੰ ਅਤੇ ਅਣੂ ਪਰਚੇ ਦੇ ਸਮੂਹ ਪਾਠਕਾਂ ਨੂੰ ਇਸ ਦੀ ਗੋਲਡਨ ਜੁਬਲੀ 'ਤੇ ਮੁਬਾਰਕਬਾਦ ਪੇਸ਼ ਕਰਦੇ ਹਾਂ ਅਤੇ ਇਸ ਦਾ ਜਿਹੜਾ ਗੋਲਡਨ ਜੁਬਲੀ ਅੰਕ ਹੈ ਉਹ ਛਪ ਕੇ ਤੁਹਾਡੇ ਤੱਕ ਜਲਦੀ ਆ ਰਿਹਾ ਹੈ। ਸੋ ਦੋਸਤੋ ਇੱਕ ਉਦਾਸ ਕਰ ਦੇਣ ਵਾਲੀ ਖਬਰ ਜੋ ਜਿਸ ਦਾ ਸਾਨੂੰ ਸਾਹਮਣਾ ਕਰਨਾ ਪਿਆ ਉਹ ਇਹ ਸੀ ਕਿ ਪੰਜਾਬੀ ਦੇ ਨਾਮਵਰ ਲੇਖਕ ਦਰਸ਼ਨ ਦਰਵੇਸ਼ ਜੀ ਛੋਟੀ ਉਮਰ ਵਿੱਚ ਸਾਡੇ ਤੋਂ ਵਿਛੋੜਾ ਲੈ ਗਏ ਨੇ। ਸੋ ਦਰਸ਼ਨ ਦਰਵੇਸ਼ ਜੀ ਜਿੱਥੇ ਕਵਿਤਾ ਲਿਖਦੇ ਸਨ, ਉੱਥੇ ਕਹਾਣੀਆਂ ਲਿਖਦੇ ਸਨ, ਫਿਲਮੀ ਸਕ੍ਰਿਪਟ ਲਿਖਦੇ ਸਨ ਅਤੇ ਨਾਲ ਫਿਲਮਾਂ ਨੂੰ ਨਿਰਦੇਸ਼ਨਾ ਦਿੰਦੇ ਸਨ। ਸੋ ਉਹਨਾਂ ਦੀਆਂ ਜਿਹੜੀਆਂ ਕਈ ਫਿਲਮਾਂ ਹਨ, ਜਿਵੇਂ ਇੱਕ ਕੁੜੀ ਪੰਜਾਬ ਦੀ, ਖੁਸ਼ੀਆਂ, ਇਹ ਕਾਫੀ ਦਰਸ਼ਕਾਂ ਵੱਲੋਂ ਪਸੰਦ ਕੀਤੀਆਂ ਗਈਆਂ। ਸੋ ਦਰਸ਼ਨ ਦਰਵੇਸ਼ ਜੀ ਦਾ ਸੋ ਇੰਨੀ ਛੋਟੀ ਉਮਰ ਵਿੱਚ ਚਲੇ ਜਾਣਾ ਦੁੱਖਦਾਇਕ ਹੈ। ਤੋ ਸਾਡੇ ਵੱਲੋਂ, ਸਾਡੇ ਅਦਾਰੇ ਵੱਲੋਂ, ਸਾਡੇ ਇਸ ਚੈਨਲ ਵੱਲੋਂ ਦਰਸ਼ਨ ਦਰਵੇਸ਼ ਜੀ ਦੀ ਇਸ ਮੌਤ 'ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਜਾਂਦਾ ਹੈ। ਸੋ ਦੋਸਤੋ ਇਸ ਦੇ ਨਾਲ ਹੀ ਆਪਾਂ ਹੋਰ ਗੱਲ ਕਰ ਲਈਏ ਕਿ ਸਾਡੇ ਇੱਥੇ ਅੰਟਾਰੀਓ ਦੇ ਵਿੱਚ ਜਾਂ ਕੈਨੇਡਾ ਗੌਰਮੈਂਟ ਵੱਲੋਂ ਕੋਵਿਡ ਕਰਕੇ ਸੋ ਕਾਫੀ ਸਾਰੀਆਂ ਪਾਬੰਦੀਆਂ ਲਗਾਈਆਂ ਗਈਆਂ ਨੇ। ਸਾਡੇ ਇੱਥੇ ਜਿੱਥੇ ਅੰਟਾਰੀਓ ਦੇ ਵਿੱਚ ਸਟੇਟ ਐਮਰਜੈਂਸੀ ਚੱਲ ਰਹੀ ਹੈ, ਸੋ ਉੱਥੇ ਜਿਹੜੀ ਕੈਨੇਡੀਅਨ ਗੌਰਮੈਂਟ ਹੈ ਉਸ ਨੇ ਜਿਹੜੀਆਂ ਟਰੈਵਲ 'ਤੇ ਪਾਬੰਦੀਆਂ ਲਗਾਉਂਦੇ ਹੋਏ ਕਿਹਾ ਹੈ ਕਿ ਜੇ ਤੁਸੀਂ ਇਹਨਾਂ ਦਿਨਾਂ ਦੇ ਵਿੱਚ ਕੈਨੇਡਾ ਦੇ ਵਿੱਚ ਆਉਣਾ ਹੈ, ਤੁਹਾਨੂੰ ਆਪਣੇ ਖਰਚੇ 'ਤੇ ਹੋਟਲ 'ਚ ਰਹਿਣਾ ਪਵੇਗਾ। ਅਤੇ ਹੋਟਲ ਦਾ ਜਿਹੜਾ ਖਰਚਾ ਹੈ ਉਹ $2000 ਜਿਹੜਾ ਹੈ ਉਹ ਇੱਕ ਦਿਨ ਦਾ ਉਹਨਾਂ ਨੇ ਦੱਸਿਆ ਹੈ। ਇਹਨਾਂ ਦੀ ਤਰੀਕ ਭਾਵੇਂ ਅਜੇ ਨਿਸ਼ਚਿਤ ਨਹੀਂ ਕੀਤੀ ਗਈ, ਤਾਂ ਇਹ ਕਿਸੇ ਵੀ ਟਾਈਮ ਲਾਗੂ ਹੋ ਸਕਦੀਆਂ ਨੇ। ਤੁਸੀਂ ਭਾਰਤ ਤੋਂ ਕੈਨੇਡਾ ਆ ਰਹੇ ਹੋ ਜਾਂ ਤੁਸੀਂ ਕਿਸੇ ਵੀ ਦੇਸ਼ ਤੋਂ ਕੈਨੇਡਾ ਆ ਰਹੇ ਹੋ, ਤਾਂ ਤੁਸੀਂ ਇੱਥੋਂ ਦਾ ਜਿਹੜਾ ਹੈ ਪੂਰੀ ਜਾਣਕਾਰੀ ਲੈ ਕੇ ਹੀ ਆਉਣਾ ਕਿ ਇਹ ਨਾ ਹੋਵੇ ਕਿ ਤੁਸੀਂ ਇੱਥੇ ਆ ਕੇ ਵੱਡੇ ਖਰਚੇ ਦਾ ਬੋਝ ਝੱਲਣ ਤੋਂ ਅਸਮਰੱਥ ਹੋ ਜਾਵੋ।
ਸੋ ਇਹ ਜ਼ਰੂਰੀ ਹੈ। ਅਤੇ ਤੁਹਾਨੂੰ ਇਹ ਵੀ ਪਤਾ ਹੋਣਾ ਚਾਹੀਦਾ ਕਿ ਜਦੋਂ ਤੁਸੀਂ ਵਿਜ਼ਟਰ ਵੀਜ਼ੇ 'ਤੇ ਆਉਂਦੇ ਹੋ ਜਾਂ ਤੁਸੀਂ ਵਾਪਸ ਆਉਣਾ ਚਾਹੁੰਦੇ ਹੋ, ਤੁਸੀਂ ਸਰਦੀਆਂ ਕਰਕੇ ਗਏ ਹੋ ਜਾਂ ਛੁੱਟੀਆਂ ਮਨਾਉਣ ਗਏ ਹੋ, ਤਾਂ ਤੁਸੀਂ ਇਸ ਗੱਲ ਨੂੰ ਧਿਆਨ ਵਿੱਚ ਰੱਖਣਾ ਕਿ ਤੁਹਾਨੂੰ ਵੱਡੇ ਖਰਚੇ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਸੋ ਕੋਵਿਡ ਮਹਾਮਾਰੀ ਆ ਜਿਹੜਾ, ਉਹਦਾ ਪ੍ਰਕੋਪ ਅਜੇ ਪੂਰੀ ਦੁਨੀਆ ਦੇ ਵਿੱਚ ਚੱਲ ਰਿਹਾ ਹੈ। ਤੁਹਾਨੂੰ ਹਰ ਜਗ੍ਹਾ ਜਿਹੜਾ ਇਹਤਿਆਤ ਵਰਤਣ ਦੀ ਸਲਾਹ ਦਿੱਤੀ ਜਾਂਦੀ ਹੈ ਕਿ ਮਾਸਕ ਪਹਿਨੋ, ਦੂਰੀ ਬਣਾ ਕੇ ਰੱਖੋ ਅਤੇ ਬਿਨਾਂ ਮਤਲਬ ਤੋਂ ਘਰੋਂ ਬਾਹਰ ਨਾ ਜਾਓ। ਕਿ ਸਟੇ ਐਟ ਹੋਮ ਦੇ ਆਰਡਰ ਸਾਡੀ ਇਸ ਪ੍ਰੋਵਿੰਸ ਦੇ ਵਿੱਚ ਦਿੱਤੇ ਗਏ ਹਨ। ਤੋ ਕਿਸਾਨਾਂ ਦਾ ਅੰਦੋਲਨ ਹੈ ਜੋ ਦੋਸਤੋ, ਉਹ ਆਪਣੇ ਪੂਰੇ ਜਲਾਓ ਨਾਲ ਇੱਕ ਵਾਰ ਫੇਰ ਚੱਲ ਰਿਹਾ ਹੈ। ਇੱਕ ਵਾਰ ਕਹਿੰਦੇ ਸੀਗੇ ਕਿ ਡਾਊਨ ਆ ਗਿਆ, ਥੱਲੇ ਆ ਗਿਆ, ਲੇਕਿਨ ਫੇਰ ਜੋ ਹੈ ਲੋਕਾਂ ਦਾ ਹੌਸਲਾ ਤੋਂ ਜਿਹੜਾ ਹੈਗਾ ਬੁਲੰਦ ਹੈ ਅਤੇ ਲੋਕ ਬਾਰਡਰਾਂ 'ਤੇ ਡਟੇ ਹੋਏ ਨੇ। ਤਾਂ ਉਸੇ ਤਰ੍ਹਾਂ ਜਿਹੜਾ 3 ਕਾਨੂੰਨ ਵਾਪਸ ਕਰਾਉਣ ਨੂੰ ਲੈ ਕੇ ਚੱਲ ਰਿਹਾ ਅਤੇ ਇਹਦੇ ਨਾਲ ਨਾਲ ਦੁਨੀਆ ਭਰ ਦੇ ਵਿੱਚ ਜਿਹੜਾ ਇਸ ਜਿਹੜੀ ਅੱਗ ਹੈ, ਉਹਦਾ ਸੇਕ, ਉਹਦਾ ਧੂੰਆਂ ਪਹੁੰਚਣਾ ਸ਼ੁਰੂ ਹੋ ਗਿਆ। ਅਤੇ ਦੁਨੀਆ ਦੇ ਜਿਹੜੇ ਮਸ਼ਹੂਰ ਕਲਾਕਾਰ ਨੇ, ਮੇਰਾ ਮਤਲਬ ਜਿੱਦਾਂ ਹਾਲੀਵੁੱਡ ਤੋਂ ਹਨ, ਉਹ ਵੀ ਇਸ ਸੰਬੰਧੀ ਟਵੀਟ ਕਰ ਰਹੇ ਹਨ। ਤਾਂ ਜੋ ਸਮਾਜ ਸੇਵੀ ਹਨ, ਜੋ ਵਾਤਾਵਰਨ ਪ੍ਰੇਮੀ ਹਨ ਦੁਨੀਆ ਭਰ ਦੇ ਵਿੱਚ, ਜਿਨ੍ਹਾਂ ਦਾ ਨਾਂ ਹੈ, ਉਹ ਵੀ ਇਸ ਤੋਂ ਟਵੀਟ ਕਰ ਰਹੇ ਹਨ। ਸੋ ਇਹ ਜਿਹੜਾ ਹੈ ਭਾਰਤ ਸਰਕਾਰ ਲਈ ਵੀ ਫਿਕਰਮੰਦੀ ਵਾਲੀ ਗੱਲ ਹੈ। ਭਾਰਤ ਦਾ ਅਕਸ ਜਿਹੜਾ ਹੈ ਦੁਨੀਆ ਦੇ ਵਿੱਚ, ਜਿਹੜਾ ਉਹ ਉਸ ਦਾ ਕੀ ਪ੍ਰਭਾਵ ਜਾਵੇਗਾ, ਇਹ ਸਰਕਾਰਾਂ ਨੂੰ ਸੋਚਣਾ ਚਾਹੀਦਾ ਹੈ। ਤੋਂ ਜਿਹੜੇ ਕਿਸਾਨ ਇੰਨੇ ਮਹੀਨਿਆਂ ਤੋਂ ਠੰਡੇ ਮੌਸਮ ਵਿੱਚ ਉੱਥੇ ਬੈਠੇ ਨੇ, ਤੋਂ ਕਿੰਨੀਆਂ ਜਾਨਾਂ ਚੋਂ ਜਾ ਚੁੱਕੀਆਂ ਨੇ, ਤੋਂ ਉਹਨਾਂ ਨੂੰ ਮਿਲ ਕੇ ਉਹਨਾਂ ਦੀਆਂ ਜਿਹੜੀਆਂ ਜਥੇਬੰਦੀਆਂ ਨੇ, ਉਹਨਾਂ ਨਾਲ ਗੱਲ ਕਰਕੇ ਸੋ ਇਸ ਦਾ ਕੋਈ ਨਾ ਕੋਈ ਹੱਲ ਜ਼ਰੂਰ ਕੱਢਣਾ ਚਾਹੀਦਾ ਹੈ। ਸੋ ਸਾਡੀ ਇਹੋ ਦੁਆ ਹੈ ਕਿ ਅਸੀਂ ਜਲਦੀ ਇਹ ਜਿਹੜਾ ਮਾਹੌਲ ਹੈ ਉਹ ਠੀਕ ਹੋਵੇ ਅਤੇ ਇਸੇ ਤਰ੍ਹਾਂ ਜਿਹੜਾ ਕਰੋਨਾ ਹੈ ਉਹਦਾ ਪ੍ਰਕੋਪ ਜਿਹੜਾ ਘਟੇ, ਤਾਂ ਕਿ ਮੁੜ ਤੋਂ ਅਸੀਂ ਆਪਣੇ ਵਤਨਾਂ ਨੂੰ ਜਾ ਸਕੀਏ, ਮੁੜ ਤੋਂ ਆਪਣੇ ਦੋਸਤਾਂ ਮਿੱਤਰਾਂ ਪਰਿਵਾਰਾਂ ਨੂੰ ਮਿਲ ਸਕੀਏ, ਤਾਂ ਮੁੜ ਤੋਂ ਜਿਹੜਾ ਟਰੈਵਲ ਹੈ ਜਾਂ ਜੋਬਾਂ ਨੇ ਉਹ ਲੋਕਾਂ ਦੀਆਂ ਉਹ ਠੀਕ ਹੋ ਸਕਣ, ਸੁਰੱਖਿਅਤ ਹੋ ਸਕਣ ਅਤੇ ਲੋਕ ਨੇ ਜਿਹੜੇ ਉਹ ਆਪਣੀ ਲਾਈਫ ਦਾ ਆਨੰਦ ਮਾਣ ਸਕਣ। ਸੋ ਦੋਸਤੋ, ਆਪਾਂ ਪ੍ਰੋਗਰਾਮ ਨੂੰ ਜਿਵੇਂ ਦੱਸਿਆ ਸੀ ਕਿ ਆਪਾਂ ਬਹੁਤਾ ਲੰਬਾ ਨਹੀਂ ਕਰਨਾ ਹੈਗਾ, ਤਾਂ ਕਿ ਜਿਹੜਾ ਤੁਹਾਡਾ ਜਿਹੜਾ ਦੇਖਣ ਦਾ ਸਮਾਂ ਹੈ ਉਹ ਤੁਹਾਨੂੰ ਜਿੰਨਾ ਕੁ ਤੁਹਾਡੇ ਕੋਲ ਹੁੰਦਾ ਹੈ ਤੁਸੀਂ ਉਸ ਦਾ ਫਾਇਦਾ ਉਠਾ ਸਕੋ, ਦੇਖ ਸਕੋ ਅਤੇ ਤੁਹਾਨੂੰ ਪ੍ਰੋਗਰਾਮ ਅੱਧ ਦੇ ਵਿਚਕਾਰ ਬੰਦ ਨਾ ਕਰਨਾ ਪਵੇ। ਸੋ ਜਿਹੜੇ ਦੋਸਤਾਂ ਨੇ ਸਾਨੂੰ ਇਸ ਪ੍ਰੋਗਰਾਮ ਤੋਂ ਪਹਿਲਾਂ ਸੰਦੇਸ਼ ਭੇਜੇ ਨੇ ਜਾਂ ਪ੍ਰੋਗਰਾਮ ਦੀ ਹੌਸਲਾ ਅਫਜ਼ਾਈ ਕੀਤੀ ਹੈ ਜਾਂ ਇਸ ਪ੍ਰੋਗਰਾਮ ਨੂੰ ਪਸੰਦ ਕੀਤਾ ਹੈ, ਉਹਨਾਂ ਦੇ ਨਾਂ ਅਸੀਂ ਇੱਕ ਵਾਰ ਫੇਰ ਤੁਹਾਡੇ ਨਾਲ ਸਾਂਝੇ ਕਰਨਾ ਚਾਹਾਂਗੇ। ਸੋ ਕਵਿਤਾ ਧੀਮਾਨ ਜੀ ਨੇ ਸਾਨੂੰ ਮੈਸੇਜ ਭੇਜਿਆ ਹੈ। ਇਸੇ ਤਰ੍ਹਾਂ ਪ੍ਰਵਿੰਦਰ ਗੋਗੀ ਬਰਾੜ, ਉਹਨਾਂ ਨੇ ਸਾਨੂੰ ਮੈਸੇਜ ਭੇਜਿਆ ਹੈ ਅਤੇ ਇਸ ਪ੍ਰੋਗਰਾਮ ਨੂੰ ਪਸੰਦ ਕੀਤਾ ਹੈ। ਅਤੇ ਇਸੇ ਪ੍ਰਕਾਰ ਹਿੰਮਤ ਸਿੰਘ ਕੈਲੀਫੋਰਨੀਆ ਤੋਂ, ਉਹ ਵੀ ਪ੍ਰੋਗਰਾਮ ਨੂੰ ਦੇਖਦੇ ਹਨ, ਇਸ ਨਾਲ ਲਗਾਤਾਰ ਜੁੜੇ ਹੋਏ ਹਨ ਅਤੇ ਆਪਣੇ ਜਿਹੜੇ ਕੀਮਤੀ ਵਿਚਾਰ ਨੇ ਸਾਡੇ ਤੱਕ ਪੁੱਜਦੇ ਕਰਦੇ ਹਨ। ਸਾਡੇ ਇੱਥੇ ਟੋਰਾਂਟੋ ਤੋਂ ਸਾਡੀ ਨਾਮਵਰ ਕਵਿੱਤਰੀ ਪਰਮਜੀਤ ਦਿਓਲ ਜੀ, ਉਹਨਾਂ ਨੇ ਵੀ ਪ੍ਰੋਗਰਾਮ ਨੂੰ ਪਸੰਦ ਕੀਤਾ ਹੈ, ਮੁਬਾਰਕਬਾਦ ਭੇਜੀ ਹੈ। ਪਰਮਜੀਤ ਦਿਓਲ ਜੀ, ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਅਤੇ ਇਸ ਪ੍ਰੋਗਰਾਮ ਨੂੰ ਪਸੰਦ ਕਰਨ ਦੇ ਲਈ। ਇਸੇ ਤਰ੍ਹਾਂ ਸਾਡੇ ਨਿੱਘੇ ਮਿੱਤਰ ਨੇ ਸੁਰਜੀਤ ਸਿੰਘ ਸਮਰਾਲਾ ਤੋਂ, ਉਹ ਵੀ ਪ੍ਰੋਗਰਾਮ ਨੂੰ ਪਸੰਦ ਕਰਦੇ ਨੇ। ਹਰਜੋਤ ਸਿੰਘ ਗਾਬਰੀਆ, ਉਹ ਹਮੇਸ਼ਾ ਸਾਨੂੰ ਸਹਿਯੋਗ ਦਿੰਦੇ ਨੇ ਅਤੇ ਪ੍ਰੋਗਰਾਮ ਨੂੰ ਪਸੰਦ ਕਰਦੇ ਨੇ। ਇਸੇ ਪ੍ਰਕਾਰ ਵਿਕ ਗਰੇਵਾਲ, ਜਿਸ ਨੂੰ ਅਸੀਂ ਵਿਪ ਜੀ ਵੀ ਕਹਿੰਦੇ ਹਾਂ, ਵਿਪ ਕਹਿੰਦੇ ਹਾਂ, ਅਤੇ ਉਹ ਵੀ ਪ੍ਰੋਗਰਾਮ ਨੂੰ ਪਸੰਦ ਕਰਦੇ ਨੇ। ਹਰਜੀਤ ਦਿਓਲ ਜੀ ਪ੍ਰੋਗਰਾਮ ਨੂੰ ਪਸੰਦ ਕਰਦੇ ਨੇ ਅਤੇ ਉਹਨਾਂ ਨੇ ਵੀ ਮੁਬਾਰਕਬਾਦ ਸੰਦੇਸ਼ ਭੇਜੇ ਨੇ। ਇਸੇ ਤਰ੍ਹਾਂ ਸੁਖਮਿੰਦਰ ਸਿੰਘ ਉਟਾਲ ਆਸਟ੍ਰੇਲੀਆ ਤੋਂ, ਸੋ ਉਹਨਾਂ ਨੇ ਵੀ ਕਮੈਂਟ ਭੇਜੇ ਨੇ, ਆਪਣੇ ਵਿਚਾਰ ਭੇਜੇ ਨੇ ਅਤੇ ਪ੍ਰੋਗਰਾਮ ਨੂੰ ਪਸੰਦ ਕੀਤਾ ਹੈ। ਸੋ ਉਮੀਦ ਕਰਦਾ ਹਾਂ ਦੋਸਤੋ, ਤੁਹਾਨੂੰ ਅੱਜ ਦੀ ਜਿਹੜੀ ਇਹ ਨਿੱਕੀ ਜਿਹੀ ਗੱਲਬਾਤ ਹੈ ਉਹ ਚੰਗੀ ਲੱਗੀ ਹੋਵੇਗੀ ਅਤੇ ਕੋਸ਼ਿਸ਼ ਕਰਾਂਗਾ ਕਿ ਅਗਲੇ ਪ੍ਰੋਗਰਾਮਾਂ ਦੇ ਵਿੱਚ ਅਸੀਂ ਹੋਰ ਤੁਹਾਡੇ ਨਾਲ ਵਿਸ਼ੇ ਲੈ ਕੇ ਆਈਏ, ਹੋਰ ਗੱਲਬਾਤ ਸਾਂਝੀ ਕਰੀਏ। ਬਸ ਇਹੀ ਕਹਾਂਗਾ ਕਿ ਤੁਹਾਡੀਆਂ ਨਵੀਆਂ ਕਿਤਾਬਾਂ ਆਉਂਦੀਆਂ ਨੇ, ਕੋਈ ਸਰਗਰਮੀ ਕਰਦੇ ਹੋ ਜਾਂ ਤੁਹਾਡੇ ਕੰਟਰੀ ਦੀ ਕੋਈ ਸੂਚਨਾ ਹੈ, ਤੁਸੀਂ ਦੁਨੀਆ ਭਰ ਜਿੱਥੇ ਵੀ ਬੈਠੇ ਹੋ ਤੁਸੀਂ ਇਸ ਪ੍ਰੋਗਰਾਮ ਨਾਲ ਸੰਪਰਕ ਜ਼ਰੂਰ ਕਰੋ। ਸੋ ਮੇਜਰ ਮਾਂਗਟ ਨੂੰ ਤੁਸੀਂ ਜਿੱਥੇ 001 416 727 2071 001 416 727 2071 'ਤੇ ਫੋਨ ਕਰ ਸਕਦੇ ਹੋ। ਉਸੇ ਤਰ੍ਹਾਂ ਤੁਸੀਂ ਇਸ ਪ੍ਰੋਗਰਾਮ ਨੂੰ ਫੀਡਬੈਕ ਦੇਣ ਲਈ major.mangat@gmail.com 'ਤੇ ਈਮੇਲ ਕਰ ਸਕਦੇ ਹੋ। ਤੋ ਤੁਸੀਂ ਜਦੋਂ ਵੀ ਆਪਣੇ ਵਿਚਾਰ ਜਾਂ ਕਮੈਂਟ ਲਿਖਣੇ ਨੇ, ਤੁਸੀਂ YouTube ਜਿਹੜਾ ਚੈਨਲ ਹੈ ਉਸ ਦੇ ਥੱਲੇ ਜਿੱਥੇ ਜਾ ਕੇ ਲਿਖਿਆ ਹੁੰਦਾ ਕਮੈਂਟਸ, ਉੱਥੇ ਕਮੈਂਟ ਲਿਖੋਗੇ ਤਾਂ ਉਸ ਦਾ ਸਾਨੂੰ ਜ਼ਿਆਦਾ ਵਧੀਆ ਲੱਗੇਗਾ।
ਤੇ ਇਸੇ ਪ੍ਰਕਾਰ ਤੁਸੀਂ ਜਿਹੜਾ ਹੈਗਾ ਤੁਸੀਂ WhatsApp ਤੇ ਜਾ ਕੇ ਜਾਂ ਤੁਸੀਂ ਸੋਸ਼ਲ ਮੀਡੀਆ ਦੀ ਕਿਸੇ ਵੀ ਉਹਦੇ ਉੱਤੇ ਜਾ ਕੇ ਤੁਸੀਂ ਟਵਿੱਟਰ ਤੇ ਜਾ ਕੇ ਫੇਸਬੁੱਕ ਤੇ ਜਾ ਕੇ ਇਹ ਪ੍ਰੋਗਰਾਮ ਦੇਖ ਸਕਦੇ ਹੋ। ਤੇ ਇਹਦੇ ਵਿੱਚ ਜਿਵੇਂ ਵਿਸ਼ਵ ਪੰਜਾਬੀ ਲੇਖਕ ਮੰਚ ਕਲਾ ਕੇਂਦਰ ਟੋਰਾਂਟੋ ਦੀਆਂ ਸਾਈਟਾਂ ਤੇ ਵੀ ਇਹ ਪ੍ਰੋਗਰਾਮ ਦੇਖਿਆ ਜਾ ਸਕਦਾ ਹੈ। ਫਿਰ ਦੋਸਤੋ ਮੇਜਰ ਮੰਗਟ ਨੂੰ ਇੱਥੇ ਹੀ ਆਗਿਆ ਦਿਓ। ਉਮੀਦ ਕਰਦਾ ਹਾਂ ਤੁਹਾਨੂੰ ਅੱਜ ਦਾ ਪ੍ਰੋਗਰਾਮ ਠੀਕ ਲੱਗੇਗਾ। ਤੁਹਾਡੇ ਵਿਚਾਰਾਂ ਦੀ ਉਡੀਕ ਵਿੱਚ ਮੇਜਰ ਮੰਗਟ ਸਮੇਲ ਪ੍ਰੋਗਰਾਮ ਵੱਲੋਂ ਇੱਕ ਵਾਰ ਫੇਰ ਤੁਹਾਨੂੰ ਸਾਰਿਆਂ ਨੂੰ ਈਡ ਪੋਡਕਾਸਟ ਚੈਨਲ ਵੱਲੋਂ ਸਤਿ ਸ੍ਰੀ ਅਕਾਲ।